आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤਨ ਸੁਨਤ ਸੁ ਭੋਜਨ ਖਾਇਓ, ਬੈਠੇ ਹੁਤੇ ਗੁਰੂ ਸੁਖ ਪਾਇਓ। ਤਾਰਾ ਚੰਦ ਤਖਤ ਮਲ ਦਉ, ਪਸ਼ਚਮ ਦਿਸ਼ ਮਸੰਦ ਰਹਿ ਸੋਊ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਸਾਹਿਬ ਜੀ ਨੇ ਬੜੀ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਨਿਵਾਜਿਆ ਹੈ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਵਿੱਤਰ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ 6ਵੇਂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੁੜ ਜਾਈਏ। ਬੀਬੀ ਬੀਰੋ ਸਤਿਗੁਰਾਂ ਦੀ ਇਕਲੌਤੀ ਬੇਟੀ ਹੈ, ਜਿਸ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ। ਇੱਕ ਪਾਸੇ ਵਿਆਹ ਦੀ ਤਿਆਰੀ ਹੈ, ਦੂਜੇ ਪਾਸੇ ਜੰਗ ਦੀ ਤਿਆਰੀ ਹੈ। ਗੁਰੂ ਸਾਹਿਬ ਦੇ ਕੌਤਕ ਬੜੇ ਨਿਆਰੇ, ਬੜੇ ਅਸਚਰਜ, ਬੜੇ ਬਿਸਮਾਦ ਕਰਨ ਵਾਲੇ ਹਨ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਪ੍ਰੀਤਮ ਸਤਿਗੁਰੂ ਜੀ ਕੀ ਚੋਜ ਕਰਨਗੇ, ਸਰਵਣ ਕਰੀਏ ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤਨ ਸੁਨਤ ਸੁ ਭੋਜਨ ਖਾਇਓ। ਸਾਧ ਸੰਗਤ ਜੀ, ਰਾਤਰੀ ਦਾ ਦੀਵਾਨ ਸਤਿਗੁਰੂ ਜੀ ਰਹਿ ਰਾਸ ਦਾ ਪਾਠ ਸੁਣ ਕੇ ਸੁਖ ਲੈਂਦੇ ਸਨ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਭਜਨ ਬਾਣੀ ਸੇਵਾ ਸਿਮਰਨ ਇਹਦਾ ਪ੍ਰਵਾਹ ਚਲਾਉਂਦੇ ਹਨ। ਔਰ ਦੁਪਹਿਰ ਦਾ ਦੀਵਾਨ ਸਮਾਪਤ ਹੋਇਆ, ਭੋਜਨ ਛਕਿਆ ਸਾਰਿਆਂ ਨੇ। ਬੈਠੇ ਹੋਤੇ ਗੁਰੂ ਸੁਖ ਪਾਇਓ। ਸਤਿਗੁਰੂ ਜੀ ਬੈਠੇ ਹਨ, ਬੜੇ ਆਰਾਮ ਦੇ ਨਾਲ ਦੁਪਹਿਰਾ ਢਲ ਗਿਆ ਹੈ। ਤਾਰਾ ਚੰਦ ਤਖਤ ਮਲ ਦਉ। ਭਾਈ ਤਾਰਾ ਚੰਦ ਤੇ ਭਾਈ ਤਖਤ ਮਲ ਦੋ ਗੁਰੂ ਕੇ ਸਿੱਖ। ਪਸ਼ਚਮ ਦਿਸ਼ ਮਸੰਦ ਰਹਿ ਸੋਊ। ਇਹ ਪੱਛਮ ਵਾਲੇ ਪਾਸੇ ਕਾਬਲ, ਕੰਧਾਰ, ਅਫਗਾਨਿਸਤਾਨ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਇਹ ਦੋਵੇਂ ਗੁਰੂ ਘਰ ਦੇ ਮੁਖੀ ਮਸੰਦ ਹਨ, ਜੋ ਗੁਰੂ ਘਰ ਵੱਲੋਂ ਬਖਸ਼ਿਸ਼ ਲੈ ਕੇ ਉਹਨਾਂ ਦੇਸ਼ਾਂ ਵਿੱਚ ਲੋਕਾਂ ਨੂੰ ਗੁਰੂ ਨਾਲ ਜੋੜਦੇ ਹਨ। ਕਾਬਲ ਨਗਰ ਆਦਿ ਜੇ ਔਰ। ਕਾਬਲ, ਕੰਧਾਰ, ਗਜਨੀ, ਬਲਖ, ਬੁਖਾਰਾ, ਹੋਰ ਜਿਹੜੇ ਦੇਸ਼ ਸ਼ਹਿਰ ਹਨ ਪੱਛਮ ਦੇ ਵਿੱਚ, ਗੁਰੂ ਕੀ ਕਰ ਲੇਤ ਸਭ ਠੌਰ। ਇਹ ਗੁਰੂ ਦੀ ਕਾਰ ਭੇਟਾ ਸਾਰਿਆਂ ਕੋਲੋਂ ਇਕੱਠੀ ਕਰਕੇ ਗੁਰੂ ਕੇ ਖਜ਼ਾਨੇ 'ਚ ਪਹੁੰਚਾਉਂਦੇ ਹਨ। ਸੁਨਿਓ ਵਿਆਹ ਗੁਰ ਤਨ ਜਾ ਕੇਰਾ। ਜਦੋਂ ਇਹਨਾਂ ਮਸੰਦਾਂ ਨੇ ਸੁਣਿਆ ਵੀ ਸਤਿਗੁਰਾਂ ਦੀ ਸਪੁੱਤਰੀ ਬੀਬੀ ਬੀਰੋ ਦਾ ਵਿਆਹ ਹੈ, ਸਮਝੇ ਖਰਚ ਦਰਬ ਬਹੁ ਤੇਰਾ। ਪਰ ਬੀਬੀ ਬੀਰੋ ਦੇ ਵਿਆਹ ਤੇ ਬੜਾ ਖਰਚ ਹੋਣਾ ਹੈ। ਸਭ ਸਿੱਖਨ ਸੋ ਕਹਿਓ ਸੁਨਾਈ। ਔਰ ਕਾਬਲ ਦੀਆਂ, ਕੰਧਾਰ, ਗਜਨੀ ਦੀਆਂ ਸੰਗਤਾਂ ਨੂੰ ਹੁਕਮ ਗੁਰੂ ਸਾਹਿਬ ਜੀ ਵੱਲੋਂ ਦਿੱਤਾ ਹੈ। ਉਗਰਾਹੀ ਜਹ ਕਹਿ ਤਬ ਪਾਈ। ਜਿਨੀ ਗੁਰੂ ਘਰ ਦੀ ਕਾਰ ਭੇਟਾ ਦਸਵੰਧ ਇਕੱਠੀ ਕਰ ਲਈ ਹੈ, ਲੈ ਕਰ ਤਹ ਤੇ ਦਰਬ ਕਨੇਰੇ। ਉਹ ਬਹੁਤ ਸਾਰੀ ਮਾਇਆ ਇਕੱਠੀ ਕਰਕੇ ਅਪਰ ਪਦਾਰਥ ਸੰਚ ਬਡੇਰੇ। ਔਰ ਸਿੱਖਾਂ ਦੀਆਂ ਪ੍ਰੇਮ ਭੇਟਾਵਾਂ, ਵਧੀਆ ਵਧੀਆ ਪਦਾਰਥ ਇਕੱਠੇ ਕਰਕੇ ਸੰਗਤ ਸੰਗ ਲਏ ਚਲ ਆਏ। ਗੁਰੂ ਕੀ ਸੰਗਤਾਂ ਨੂੰ ਨਾਲ ਲੈ ਕਰਕੇ ਭਾਈ ਤਾਰਾ ਚੰਦ, ਭਾਈ ਤਖਤ ਮਲ ਆ ਗਏ। ਮਿਲੇ ਚਰਨ ਗੁਰ ਕੇ ਲਪਟਾਏ। ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਅਪਰ ਸਿੱਖ ਧਰ ਧਰ ਉਪਹਾਰਾ। ਹੋਰ ਵੀ ਬਹੁਤ ਸਾਰੇ ਗੁਰਸਿੱਖ ਪ੍ਰੇਮ ਭੇਟਾਵਾਂ ਲੈ ਕੇ ਆਏ ਹਨ। ਬੰਦਨ ਕਰਤੇ ਦਰਸ ਨਿਹਾਰਾ। ਮਹਾਰਾਜ ਦੇ ਨਮਸਕਾਰ ਕਰਦੇ, ਦਰਸ਼ਨ ਕਰਦੇ ਹਨ। ਬਸਤਰ ਬਿਭੂਖਨ ਤਨ ਧਰਨ ਮੈਂ। ਕੋਈ ਬਸਤਰ, ਕੋਈ ਮਾਇਆ, ਕੋਈ ਗਹਿਣੇ, ਕੋਈ
ਪਦਾਰਥ ਰੱਖ ਕੇ ਮੱਥਾ ਟੇਕਦੇ ਹਨ। ਫਲਗਨ ਬਹੁ ਮੇਵੇ ਤਹਿ ਸਮੈ ਵਧੀਆ ਵਧੀਆ ਮੇਵੇ, ਕਾਜੂ, ਬਦਾਮ, ਬਹੁਤ ਸਾਰੇ ਸੋਹਣੇ ਪਿਸਤੇ, ਨੇਜ਼ੇ, ਕਾਬਲ ਦੇ ਮੇਵੇ ਗੁਰੂ ਚਰਨਾਂ 'ਚ ਭੇਟਾ ਕੀਤੇ ਹਨ। ਬ੍ਰਿੰਦ ਉਪਾਇਨ ਗੁਰੂ ਅਗਾਰੀ ਬਹੁਤ ਸਾਰੇ ਉਪਹਾਰ ਗੁਰੂ ਜੀ ਅੱਗੇ ਰੱਖੇ ਹਨ। ਅਰਪ ਅਰਪ ਗੁਰ ਦਰਸ਼ਨ ਨਿਹਾਰੀ ਮਹਾਰਾਜ ਦੇ ਚਰਨਾਂ 'ਚ ਭੇਟਾਵਾਂ ਅਰਪਣ ਕੀਤੀਆਂ ਤੇ ਮਹਾਰਾਜ ਦੇ ਦਰਸ਼ਨ ਕੀਤੇ ਹਨ। ਕਿਰਪਾ ਦ੍ਰਿਸ਼ਟ ਕਰ ਪਿਖੈ ਗੁਸਾਈ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਵੱਲ ਮਿਹਰ ਦੀ ਨਿਗਾਹ ਨਾਲ ਵੇਖ ਰਹੇ ਹਨ। ਜਦੋਂ ਸਤਿਗੁਰਾਂ ਦੇ ਚਰਨਾਂ 'ਚ ਸਿੱਖ ਪ੍ਰੇਮ ਭੇਟਾ ਲੈ ਕੇ ਆਉਂਦਾ ਨਾ, ਭਾਈ ਗੁਰਦਾਸ ਜੀ ਲਿਖਦੇ, ਚਰਨ ਸ਼ਰਨ ਗੁਰ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਕਾ ਸਿੱਖ ਇੱਕ ਕਦਮ ਪੁੱਟਦਾ ਤੇ ਗੁਰੂ ਕਰੋੜਾਂ ਕਦਮ ਅੱਗੋਂ ਦੀ ਲੈਂਦਾ। ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਿੱਖ ਇੱਕ ਵਾਰੀ ਵਾਹਿਗੁਰੂ ਕਹਿੰਦਾ, ਯਾਨੀ ਗੁਰੂ ਨੂੰ ਇੱਕ ਵਾਰੀ ਯਾਦ ਕਰਦਾ, ਤੇ ਗੁਰੂ ਆਪਣੇ ਸਿੱਖ ਨੂੰ ਹਰ ਵੇਲੇ ਯਾਦ ਰੱਖਦਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਸ਼ਰਧਾ ਭਾਵਨਾ ਨਾਲ ਸਿੱਖ ਇੱਕ ਕੌਡੀ ਗੁਰੂ ਦੇ ਚਰਨਾਂ 'ਚ ਰੱਖਦਾ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਆਪਣੇ ਸਿੱਖ ਨੂੰ ਸਾਰੇ ਖਜ਼ਾਨੇ ਦੇ ਦਿੰਦਾ। ਇਹੋ ਜਿਹੇ ਦਿਆਲੂ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤਾਂ ਪ੍ਰੇਮ ਭੇਟਾ ਅਰਪਣ ਕਰ ਰਹੀਆਂ ਹਨ। ਮਨੋ ਕਾਮਨਾ ਸਭ ਨੇ ਪਾਈ ਜੋ ਜੋ ਕਿਸੇ ਦੀ ਮਨੋ ਕਾਮਨਾ ਸੀ ਪੂਰੀ ਹੋਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ। ਅਗ ਗਨ ਮਿਟੇ ਪੁਨੀਤ ਭਏ ਹੈ ਮਹਾਰਾਜ ਦੇ ਦਰਸ਼ਨ ਕਰਕੇ ਪਾਪ ਮਿਟ ਗਏ ਤੇ ਪਵਿੱਤਰ ਹੋ ਗਏ ਹਨ ਗੁਰੂ ਕੇ ਸਿੱਖ। ਬਰਸੁਤ ਬਿਤਗਨ ਆਦ ਲਏ ਹੈ ਜੋ ਜੋ ਚਾਹੀਦਾ ਸੀ, ਕਿਸੇ ਨੂੰ ਦੁੱਧ ਚਾਹੀਦਾ ਸੀ ਉਸ ਨੂੰ ਦੁੱਧ ਮਿਲਿਆ, ਜਿਸ ਨੂੰ ਪੁੱਤ ਚਾਹੀਦਾ ਸੀ ਉਸ ਨੂੰ ਪੁੱਤ ਮਿਲਿਆ, ਕਿਉਂਕਿ ਸਤਿਗੁਰੂ ਸਾਰੀਆਂ ਦਾਤਾਂ ਦੇ ਦਾਤੇ ਹਨ। ਜੋ ਵੀ ਕੋਈ ਮੰਗੇ ਉਹੀ ਸਤਿਗੁਰੂ ਦਿੰਦੇ ਹਨ। ਵਿਆਹ ਜਾਨ ਉਤਲਾਵਤ ਆਏ ਇਹ ਜਿਹੜੇ ਕਾਬਲ ਦੇ ਸਿੱਖ ਹਨ, ਬੜੇ ਧਨੀ ਪੈਸੇ ਵਾਲੇ ਸਿੱਖ ਸਨ। ਕਾਬਲ, ਕੰਧਾਰ, ਗਜਨੀ, ਜਲਾਲਾਬਾਦ, ਪਿਸ਼ਾਵਰ, ਮੁਲਤਾਨ, ਪੱਛਮ ਵਿੱਚ ਬਹੁਤ ਸਾਰੇ ਵੱਡੇ ਵੱਡੇ ਸ਼ਹਿਰ ਸਿੱਖੀ ਦੇ ਕੇਂਦਰ ਹੋਇਆ ਕਰਦੇ ਸਨ। ਸਮਾਂ ਬਦਲ ਜਾਂਦਾ ਸਾਧ ਸੰਗਤ ਜੀ। ਕਦੀ ਸਿੱਖੀ ਦੀ ਜਿਹੜੀ ਅਮੀਰ ਸੀ ਨਾ ਮਾਇਆ ਵਾਲੇ ਪਾਸਿਓਂ, ਉਹ ਜਾਂ ਤਾਂ ਕਾਬਲ, ਕੰਧਾਰ, ਜਲਾਲਾਬਾਦ, ਪਿਸ਼ਾਵਰ ਇੱਧਰ ਸਿੱਖ ਰਹਿੰਦੇ ਸਨ ਧਨੀ ਸਿੱਖ, ਜਾਂ ਫਿਰ ਬੰਗਲਾਦੇਸ਼, ਪਟਨਾ, ਜੌਨਪੁਰ, ਇਹ ਜਿਹੜੇ ਵੱਡੇ ਵੱਡੇ ਸ਼ਹਿਰ ਹਨ, ਗਵਾਲੀਅਰ, ਇਹਨਾਂ ਸ਼ਹਿਰਾਂ ਦੇ ਵਿੱਚ ਗੁਰੂ ਕੇ ਸਿੱਖਾਂ ਦਾ ਇਤਿਹਾਸ 'ਚ ਮਿਲਦਾ ਵੀ ਬੜੇ ਅਮੀਰ ਸਨ। ਉਹ ਆਪਣਾ ਦਸਵੰਧ ਹਜ਼ਾਰਾਂ ਰੁਪਈਆ, ਲੱਖਾਂ ਰੁਪਈਆ ਗੁਰੂ ਘਰ ਭੇਜਦੇ ਸਨ। ਇਹ ਗੁਰੂ ਕੇ ਸਿੱਖ ਮਹਾਰਾਜ ਦੀ ਬੇਟੀ ਦੇ ਵਿਆਹ 'ਚ ਛੇਤੀ ਜਾ ਕੇ ਹਾਜ਼ਰ ਹੋ ਜਾਈਏ ਕਾਹਲੀ ਨਾਲ ਆਏ ਹਨ। ਸਮੈ ਦੁਪਹਿਰੀ ਦਰਸ਼ਨ ਪਾਏ ਤੇ ਜਦੋਂ ਇਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ, ਉਹ ਦੁਪਹਿਰਾ ਢਲ ਰਿਹਾ ਸੀ, ਦੁਪਹਿਰ ਦਾ ਲੰਗਰ ਵਰਤ ਚੁੱਕਾ ਸੀ। ਸ਼ੁੱਧਿਤ ਹੋਤੇ ਸਿੱਖ ਸੰਗਤ ਸਾਰੇ ਪਰ ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ। ਜਿਹੜੇ ਆਏ ਸਨ ਪ੍ਰਸ਼ਾਦਾ ਉਹਨਾਂ ਨੇ ਨਹੀਂ ਸੀ ਛਕਿਆ, ਕੜਾਕੇ ਲੱਗੇ ਹੋਏ ਸਨ। ਦੇਗ ਚੁਕੀ ਹੋਏ ਨਹੀਂ ਆਹਾਰੇ ਲੰਗਰ ਵਰਤ ਚੁੱਕਾ ਸੀ। ਕੁਦਰਤਨ ਉਸ ਦਿਨ ਲੰਗਰ ਵਿੱਚ ਮਸਤਾਨਾ ਪਹਿਰਾ ਹੋ ਗਿਆ। ਯਾਨੀ ਕਈ ਵਾਰੀ ਤਾਂ ਗੁਰੂ ਕਾ ਲੰਗਰ ਸਾਰਾ ਦਿਨ ਵਰਤਦਾ ਰਹਿੰਦਾ, ਮੁੱਕਦਾ ਨਹੀਂ, ਤੇ ਕਈ ਵਾਰੀ ਮਹਾਰਾਜ ਆਪ ਹੀ ਕੋਈ ਚੋਜ ਵਰਤਾਣਾ ਹੁੰਦਾ, ਖੇਡ ਵਰਤਾਣੀ, ਲੰਗਰ ਮਸਤਾਨਾ ਹੋ ਗਿਆ। ਸਭ ਕੀ ਕੁਸ਼ਲ ਬੂਝ ਗੁਰ ਸੁਆਮੀ ਮਹਾਰਾਜ ਨੇ ਸਾਰੇ ਸਿੱਖਾਂ ਦਾ ਹਾਲ ਚਾਲ ਸੁਖ ਸ਼ਾਂਤ ਪੁੱਛੀ ਹੈ। ਬੜੀ ਭੋਰ ਕੇ ਮਾਰਗ ਗਾਮੀ ਫਿਰ ਮਹਾਰਾਜ ਕਹਿੰਦੇ, ਭਾਈ ਬੜੇ ਵੱਡੇ ਵੇਲੇ ਦੇ ਤੁਸੀਂ ਤੁਰੇ ਹੋਵੋਗੇ, ਸਵੇਰ ਦੇ ਆਏ ਹੋ, ਚੱਲੇ ਹੋ, ਸ਼ਰਮਤ ਅਹੈ ਕਬ ਕਰੈ ਆਹਾਰਾ। ਮਹਾਰਾਜ ਨੇ ਸੋਚਿਆ ਵੀ ਸਿੱਖ ਵਿਚਾਰੇ ਥੱਕੇ ਹੋਏ ਨੇ ਤੇ ਰੋਟੀ ਪ੍ਰਸ਼ਾਦਾ ਇਹਨਾਂ ਨੂੰ ਰਾਤ ਰਹਿ ਰਾਸ ਦੇ ਪਾਠ ਤੋਂ ਬਾਅਦ ਮਿਲਣਾ, ਉਹਨਾਂ ਚਿਰ ਭੁੱਖੇ ਰਹਿਣਗੇ, ਕੀ ਖਾਣਗੇ ਉਹਨਾਂ ਚਿਰ। ਹਾਂਜੀ, ਇਮ ਲਖ ਸਤਿਗੁਰ ਬਾਕ ਉਚਾਰਾ। ਇਹ ਵਿਚਾਰ ਕੇ ਵੀ ਰਹਿ ਰਾਸ ਦੇ ਟਾਈਮ ਤੱਕ 2-3 ਘੰਟਿਆਂ 'ਚ ਲੰਗਰ ਤਿਆਰ ਹੋਣਾ, ਇਹਨਾਂ ਨੂੰ ਕੁਝ ਹੁਣ ਛਕਾਣਾ ਚਾਹੀਦਾ ਹੈ।
ਅੰਤਰ ਹੋਤ ਜਹਾਂ ਪਕਵਾਨ। ਉਧਰ ਗੁਰੂ ਘਰ ਦੇ ਵਿੱਚ ਬੀਬੀ ਬੀਰੋ ਦੇ ਵਿਆਹ ਦੀਆਂ ਜਿਹੜੀਆਂ ਮਠਿਆਈਆਂ ਬਣ ਰਹੀਆਂ ਨੇ, ਕਹਿ ਕਹਿ ਪਠੇ ਦਾਸ ਤੇ ਸਥਾਨ। ਮਹਾਰਾਜ ਨੇ ਸੇਵਾਦਾਰ ਭੇਜ ਦਿੱਤੇ ਵੀ ਜਾਓ ਉੱਥੋਂ ਕੁਝ ਮਠਿਆਈਆਂ ਦੇ ਟੋਕਰੇ ਲੈ ਆਓ ਤੇ ਇਹਨਾਂ ਸੰਗਤਾਂ 'ਚ ਵਰਤਾ ਦਿਓ। ਹਿਤ ਸਿੱਖਨ ਕੇ ਅੰਨ ਹੋ ਜਾਏ। ਜਾਓ ਸਾਡੀਆਂ ਸੰਗਤਾਂ ਵਾਸਤੇ ਮਿੱਠੀ ਮਠਿਆਈ, ਜਿਹੜੇ ਪਕਵਾਨ, ਸ਼ੱਕਰਪਾਰੇ, ਲੱਡੂ, ਜਲੇਬੀਆਂ, ਹੋਰ ਵਧੀਆ ਪਕਵਾਨ ਬਣੇ ਨੇ ਉਹ ਲਿਆਓ। ਥਕਤ ਸ਼ੁੱਧਤ ਬਹੁ ਇਹ ਸਮੁਦਾਏ। ਇਹ ਸਿੱਖ ਥੱਕੇ ਹੋਏ ਨੇ ਔਰ ਕੁਝ ਛਕਿਆ ਨਹੀਂ, ਇਹਨਾਂ ਨੂੰ ਕੁਝ ਨਾ ਕੁਝ ਛਕਾਈਏ, ਇਹਨੇ ਨੂੰ ਲੰਗਰ ਤਿਆਰ ਹੋ ਜਾਏਗਾ, ਫਿਰ ਪ੍ਰਸ਼ਾਦਾ ਛਕਾਵਾਂਗੇ। ਤ੍ਰਿਪਤ ਕਰੋ ਦੀਜੇ ਹਿਤ ਖੇਬੈ। ਹਾਂ, ਕੁਝ ਇਹਨਾਂ ਨੂੰ ਛਕਾ ਕੇ ਕੁਝ ਸਮਾਂ ਆਸਰਾ ਦਈਏ, ਫਿਰ ਪ੍ਰਸ਼ਾਦਾ ਛਕਾਵਾਂਗੇ। ਗਏ ਦਾਸ ਅੰਤਰ ਤਬ ਲੈਬੇ। ਸਾਧ ਸੰਗਤ ਜੀ, ਕੁਝ ਸੇਵਾਦਾਰ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਆ ਮਾਤਾ ਜੀ ਦੇ ਕੋਲ, ਜਿੱਥੇ ਹਲਵਾਈ ਲੱਗੇ ਹੋਏ ਨੇ ਘਰ ਦੇ ਵਿੱਚ, ਉੱਥੇ ਚਲੇ ਗਏ। ਜਹਾਂ ਦਮੋਦਰੀ ਥਿਤ ਸਵਧਾਨ। ਜਿੱਥੇ ਮਾਤਾ ਦਮੋਦਰੀ ਜੀ ਸਾਰੇ ਕਾਰੋਬਾਰ ਦਾ ਖਿਆਲ ਰੱਖ ਰਹੇ ਨੇ ਸਾਵਧਾਨ ਹੋ ਕੇ। ਕਰਵਾਵਤ ਬਹੁ ਬਿਧ ਪਕਵਾਨ। ਬਹੁਤ ਵਧੀਆ ਵਧੀਆ ਪਕਵਾਨ ਮਾਤਾ ਜੀ ਤਿਆਰ ਕਰਵਾ ਰਹੇ ਨੇ। ਕੋਸ਼ਠ ਅੰਤਰ ਕਰ ਕਰ ਧਰੈ। ਤੇ ਤਿਆਰ ਕਰ ਕਰਕੇ ਕੋਠਿਆਂ ਦੇ ਵਿੱਚ ਰੱਖੀ ਬੈਠੇ ਹਨ। ਹਿਤ ਬਰਾਤ ਕੇ ਸੰਚਨ ਕਰੈ। ਔਰ ਬਰਾਤ ਵਾਸਤੇ ਸਾਰੀ ਮਠਿਆਈ ਇਕੱਠੀ ਕਰ ਰਹੇ ਨੇ ਭੰਡਾਰੇ ਵਿੱਚ। ਆਪਾਂ ਪੰਜਾਬ 'ਚ ਭੰਡਾਰਾ ਕਹਿ ਦਿੰਦੇ, ਪਿੰਡਾਂ 'ਚ ਜਿੱਥੇ ਵਿਆਹ ਸ਼ਾਦੀ ਦਾ ਮਠਿਆਈ ਦਾ ਸਮਾਨ ਸਾਂਭ ਕੇ ਰੱਖਦੇ ਨੇ, ਉਹਨੂੰ ਭੰਡਾਰਾ ਕਹਿੰਦੇ। ਉਹਦੇ ਵਿੱਚ ਮਠਿਆਈਆਂ, ਲੱਡੂ, ਜੋ ਕੁਝ ਹੁੰਦਾ ਇੱਕ ਪਾਸੇ ਰੱਖਦੇ, ਬਾਹਰੋਂ ਕੁੰਡਾ ਲਾ ਛੱਡਦੇ ਵੀ ਕੋਈ ਪਸ਼ੂ ਪੰਛੀ ਜਾਨਵਰ ਕੁੱਤਾ ਬਿੱਲਾ ਅੰਦਰ ਨਾ ਵੜੇ, ਸੁੱਚਾ ਰਵੇ, ਪਵਿੱਤਰ। ਜਦੋਂ ਕੋਈ ਬਰਾਤ ਆਉਂਦੀ ਹੈ ਉਹਨਾਂ ਵਾਸਤੇ ਫਿਰ ਉਹ ਚੀਜ਼ਾਂ ਪਰੋਸੀਆਂ ਜਾਂਦੀਆਂ। ਸੋ ਉਹ ਮਠਿਆਈ ਜਿਹੜੀ ਬਣਾ ਕੇ ਰੱਖੀ ਹੋਈ ਕੋਠੇ ਦੇ ਵਿੱਚ, ਸੁਤਾ ਵਿਆਹ ਮਹਿ ਪ੍ਰੀਤ ਮਹਾਨੀ। ਮਾਤਾ ਜੀ ਉਹ ਸਾਂਭ ਰਹੀ ਹੈ ਮਠਿਆਈਆਂ ਵੀ, ਹੋਰ ਵੀ ਘਰ ਦਾ ਸਾਰਾ ਕੰਮ ਮਾਤਾ ਦੀ ਜ਼ਿੰਮੇਵਾਰੀ ਹੈ। ਵੱਡੀ ਮਾਤਾ, ਮਾਤਾ ਗੰਗਾ ਜੀ ਤਾਂ ਜੋਤੀ ਜੋਤ ਸਮਾ ਗਏ, ਹੁਣ ਮਾਤਾ ਦਮੋਦਰੀ ਦੀ ਜ਼ਿੰਮੇਵਾਰੀ ਹੈ ਸਾਰੀ। ਉਹਦੀ ਧੀ ਦਾ ਵਿਆਹ ਹੈ, ਬੜੇ ਧਿਆਨ ਨਾਲ ਮਾਤਾ ਜੀ ਕਰਾ ਰਹੇ ਨੇ ਸਾਰਾ ਕੰਮ। ਜਿਮ ਆਛੋ ਹੋਏ ਤਿਮ ਰੁਚ ਠਾਨੀ। ਜਿਸ ਤਰ੍ਹਾਂ ਵਧੀਆ ਤਰੀਕੇ ਨਾਲ ਸਾਰਾ ਕੰਮ ਹੋਵੇ ਮਾਤਾ ਜੀ ਉੱਦਾਂ ਕਰਵਾਉਂਦੇ ਨੇ। ਤਬ ਸਿੱਖਨ ਕਰ ਜੋਰ ਅਲਾਏ। ਗੁਰੂ ਸਾਹਿਬ ਦੇ ਭੇਜੇ ਹੋਏ ਸਿੱਖਾਂ ਨੇ ਹੱਥ ਜੋੜ ਕੇ ਮਾਤਾ ਦਮੋਦਰੀ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸੁਨੋ ਮਾਤ ਜੀ ਗੁਰੂ ਪਠਾਏ। ਹੇ ਮਾਤਾ ਜੀ, ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੇਜਿਆ ਹੈ। ਪਸ਼ਚਮ ਤੇ ਸੰਗਤ ਕਛ ਆਈ। ਮਾਤਾ ਜੀ, ਪੱਛਮ ਕਾਬਲ ਵੱਲੋਂ, ਕੰਧਾਰ ਵੱਲੋਂ ਕੁਝ ਸੰਗਤਾਂ ਆਈਆਂ ਨੇ। ਅਨਗਨ ਰੁਚਰ ਉਪਾਇਨ ਲਿਆਈ। ਔਰ ਬਹੁਤ ਸਾਰੀਆਂ ਭੇਟਾਵਾਂ, ਵਧੀਆ ਵਧੀਆ ਬਸਤਰ ਤੇ ਬਹੁਤ ਸਾਰੀ ਮਾਇਆ ਲੈ ਕੇ ਆਈਆਂ ਨੇ। ਦੇਗ ਬਿਖੈ ਅਬ ਨਹੀਂ ਆਹਾਰਾ। ਪਰ ਮਾਤਾ ਜੀ, ਗੁਰੂ ਦੇ ਲੰਗਰ 'ਚ ਦਾਲ ਵੀ ਫਤਿਹ ਹੋ ਗਈ ਹੈ ਤੇ ਪ੍ਰਸ਼ਾਦਾ ਵੀ ਫਤਿਹ ਹੋ ਗਿਆ, ਲੰਗਰ ਮਸਤਾਨਾ ਹੋ ਗਿਆ। ਸ਼ੁੱਧਤ ਸਿੱਖ ਅਬ ਲੋ ਦਿਨ ਢਾਰਾ। ਤੇ ਦਿਨ ਢਲਣ ਵਾਲਾ ਹੈ, ਯਾਨੀ ਸ਼ਾਮ ਦੇ 4 ਵੱਜ ਗਏ ਨੇ। ਸਿੱਖਾਂ ਨੇ ਸਵੇਰ ਦਾ ਕੁਝ ਖਾਧਾ ਨਹੀਂ, ਭੁੱਖੇ ਹਨ। ਤਿੰਨ ਹਿਤ ਮੰਗਵਾਇਓ ਪਕਵਾਨ। ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਛਕਾਉਣ ਵਾਸਤੇ ਮਠਿਆਈਆਂ, ਪਕਵਾਨ ਮੰਗਵਾਏ ਨੇ। ਕਸ਼ਕ ਤ੍ਰਿਪਤ ਹੋਏ ਕਰ ਕੈ ਖਾਨ। ਮਹਾਰਾਜ ਕਹਿੰਦੇ ਕੁਝ ਛਕ ਕੇ ਸਿੱਖ ਤ੍ਰਿਪਤ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਲੰਗਰ ਪੱਕ ਜਾਏਗਾ ਤੇ ਫਿਰ ਸੰਗਤ ਨੂੰ ਲੰਗਰ ਛਕਾਵਾਂਗੇ। ਪੁਨ ਸੰਧਿਆ ਹੋਏ ਦੇਗ ਆਹਾਰਾ। ਫਿਰ ਸੰਧਿਆ ਵਿੱਚ, ਸ਼ਾਮ ਦੇ ਲੰਗਰ ਵਿੱਚ ਸਾਰੇ ਪ੍ਰਸ਼ਾਦਾ ਛਕ ਲੈਣਗੇ। ਇਸ ਪ੍ਰਕਾਰ ਸਤਿਗੁਰੂ ਉਚਾਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਹੈ। ਸੁਨ ਦਮੋਦਰੀ ਮਤ ਵਿੱਚ ਲਾਈ। ਸਾਧ ਸੰਗਤ ਜੀ, ਮਾਤਾ ਦਮੋਦਰੀ ਜੀ ਇਹ ਬਚਨ ਸੁਣ ਕੇ ਕੀ ਬੋਲੇ ਹਨ? ਸਿੱਖ ਵਿਸਾਲ ਸਦਨ ਜਨਮਾਈ। ਸਾਧ ਸੰਗਤ ਜੀ, ਸਮਾਂ ਬੜਾ ਬਲਵਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੋ ਜਿਹੀ ਭਾਵੀ ਵਰਤਣੀ ਹੁੰਦੀ ਹੈ ਨਾ, ਜਿਹੋ ਜਿਹਾ ਉੱਦਾਂ ਦਾ ਮਾਹੌਲ ਬਣ ਜਾਂਦਾ ਤੇ ਉੱਦਾਂ ਦੇ ਬੋਲ ਮੂੰਹ ਤੋਂ ਨਿਕਲ ਜਾਂਦੇ ਆ।
ਮਾਤਾ ਜੀ ਦੀ ਰਸਨਾ ਤੋਂ ਬੋਲ ਕੀ ਨਿਕਲੇ। ਐਡੇ ਵੱਡੇ ਮਹਾਨ ਸਿੱਖ ਦੀ ਧੀ ਹੈ ਬਾਬਾ ਨਰੈਣ ਦਾਸ ਜੀ ਦੀ, ਐਡੇ ਵੱਡੇ ਬ੍ਰਹਮ ਗਿਆਨੀ ਭਾਈ ਪਾਰੋ ਦੀ ਪੜਪੋਤਰੀ ਹੈ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੀ ਵੀ ਤੁਹਾਡੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਗਿਆ। ਡੱਲੇ ਦੇ ਰਹਿਣ ਵਾਲੇ ਭਾਈ ਸਾਹਿਬ ਭਾਈ ਪਾਰੋ ਜੀ ਬ੍ਰਹਮ ਗਿਆਨੀ, ਉਹਨਾਂ ਦੀ ਪੜਪੋਤਰੀ ਬੀਬੀ ਦਮੋਦਰੀ, ਮਾਤਾ ਦਮੋਦਰੀ ਜੀ ਅੱਜ ਕਿਹੜੇ ਭਰਮ 'ਚ ਪੈ ਗਏ ਹਨ। ਗੁਰ ਘਰ ਮਹਿ ਨਿਤ ਬਾਸ ਕਰੰਤੀ। ਧੰਨ ਮਾਤਾ ਦਮੋਦਰੀ ਜੀ ਰਹਿੰਦੇ ਵੀ ਗੁਰੂ ਘਰ ਵਿੱਚ। ਸਾਧ ਸੰਗਤ ਜੀ ਇੱਥੋਂ ਸਿੱਖ ਲਈਏ ਸਾਡੀ ਕੀ ਔਕਾਤ ਹੈ, ਅਸੀਂ ਗੁਰੂ ਦੇ ਬਚਨਾਂ 'ਤੇ ਪੂਰੇ ਉਤਰ ਜਾਈਏ ਜਾਂ ਅਸੀਂ ਗੁਰੂ ਦਾ ਬਚਨ ਕਮਾ ਲਈਏ, ਸਾਡੀ ਕੀ ਪਾਇਆ ਹੈ। ਜਦੋਂ ਗੁਰੂ ਭਰਮਾ ਲੈਂਦਾ ਨਾ, ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰੂ ਭਰਮਾ ਲਵੇ ਨਾ, ਸਿੱਖ ਵਿਚਾਰਾ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਸਿਦਕ 'ਚ ਪੂਰਾ ਉਤਰ ਜਾਵਾਂਗਾ, ਮੈਂ ਸਿੱਖੀ ਨਿਭਾ ਲਾਂਗਾ। ਇਹ ਗੁਰੂ ਹੀ ਕਿਰਪਾ ਕਰੇ ਤੇ ਸਿੱਖੀ ਨਿਭਦੀ ਹੈ। ਜਿਵੇਂ ਨਚਾਂਦਾ ਉਵੇਂ ਨੱਚਣਾ ਪੈਂਦਾ। ਆਖੋ ਸ੍ਰੀ ਵਾਹਿਗੁਰੂ। ਪਾਤਸ਼ਾਹ ਐਸੀ ਖੇਡ ਵਰਤਾ ਦਿੱਤੀ, ਮਾਤਾ ਦਮੋਦਰੀ ਜੀ ਦੇ ਮੁਖ ਤੋਂ ਬਚਨ ਐਸੇ ਨਿਕਲ ਗਏ। ਸਿੱਖੀ ਮਹਿਮਾ ਅਦਕ ਲਖੰਤੀ। ਧੰਨ ਮਾਤਾ ਜੀ ਮਾਤਾ ਦਮੋਦਰੀ ਜੀ ਸਿੱਖੀ ਦੀ ਮਹਿਮਾ ਨੂੰ ਵੀ ਜਾਣਦੇ ਵੀ ਸਿੱਖੀ ਕਿੰਨੀ ਮਹਾਨ ਹੈ, ਗੁਰੂ ਦੇ ਸਿੱਖਾਂ ਦਾ ਕੀ ਸਤਿਕਾਰ ਹੁੰਦਾ, ਗੁਰੂ ਕੇ ਸਿੱਖਾਂ ਦੀ ਕਿੰਨੀ ਵਡਿਆਈ ਹੁੰਦੀ, ਸਾਰਾ ਮਾਤਾ ਨੂੰ ਪਤਾ ਹੈ। ਪਰ ਪਤਾ ਹੁੰਦਿਆਂ ਵੀ ਕੁਦਰਤ ਜਦੋਂ ਵਰਤਦੀ ਹੈ ਨਾ, ਪਤਾ ਰਹਿੰਦਾ ਨਹੀਂ। ਹਾਂਜੀ, ਤਉ ਜੇ ਹੋਣਹਾਰ ਗਤ ਹੋਏ। ਮਾਈ ਹੋਣਹਾਰ ਸੋ ਹੋਈ ਹੈ। ਜਿਹੜੀ ਗੱਲ ਹੋਣੀ ਹੈ ਨਾ ਉਹ ਨਹੀਂ ਟਲਣੀ। ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ, 4 ਵੇਦ ਪੜ੍ਹਿਆ ਹੋਵੇ, ਤਾਂ ਵੀ ਹੋਣੀ ਨਹੀਂ ਟਲਦੀ। ਮਾਈ ਹੋਣਹਾਰ ਸੋ ਹੋਈ ਹੈ, ਰਾਚ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਕੀ ਖੇਡ ਵਰਤ ਗਈ ਹੈ। ਮਾਤਾ ਜੀ ਨੂੰ ਸਭ ਪਤਾ ਹੈ ਵੀ ਗੁਰੂ ਘਰ 'ਚ ਸਿੱਖਾਂ ਦਾ ਕੀ ਸਤਿਕਾਰ ਹੈ, ਸੰਗਤ ਦੀ ਕਿੱਡੀ ਵੱਡੀ ਵਡਿਆਈ ਹੈ। ਪਰ ਫਿਰ ਵੀ ਐਸੀ ਕਲਾ ਵਰਤ ਗਈ, ਐਸਾ ਬਚਨ ਮੂੰਹ ਤੋਂ ਨਿਕਲ ਗਿਆ। ਫੇਰੀ ਮਤ ਬੋਲੀ ਬਚ ਸੋਏ। ਉਹ ਹੋਣੀ ਨੇ, ਉਹ ਭਾਵੀ ਨੇ ਗੇੜਾ ਪੁੱਠਾ ਦੇ ਦਿੱਤਾ ਤੇ ਮਾਤਾ ਜੀ ਇਉਂ ਬੋਲੀ, ਇਹ ਪਕਵਾਨ ਸਗਨ ਕੇ ਸਨੋ। ਸਿੱਖਾਂ ਨੂੰ ਕਹਿਣ ਲੱਗੀ ਇਹ ਮਠਿਆਈ ਸਗਨਾਂ ਦੀ ਹੈ। ਇਹ ਸਗਨਾਂ ਦੀ ਮਠਿਆਈ ਬਿਨਾਂ ਸਗਨਾਂ ਦੇ, ਬਿਨਾਂ ਮਰਿਆਦਾ ਦੇ ਅਸੀਂ ਨਹੀਂ ਵਰਤਾ ਸਕਦੇ। ਕਰ ਕਰ ਤਿਆਰ ਰਾਖਤੀ ਘਨੋ। ਇਹ ਮੈਂ ਤਿਆਰ ਕਰਵਾ ਕੇ ਰੱਖ ਰਹੀ ਹਾਂ। ਇਸ ਮਠਿਆਈ ਨੂੰ ਕੋਈ ਮੂੰਹ ਨਹੀਂ ਲਾ ਸਕਦਾ। ਇਹ ਮਠਿਆਈ ਅਜੇ ਵਰਤਾਈ ਨਹੀਂ ਜਾ ਸਕਦੀ। ਅਬ ਲਓ ਖਰਚ ਨਹੀਂ ਕਿਤ ਕਰਿਓ। ਅਜੇ ਤੱਕ ਇਹ ਮਠਿਆਈ ਨਹੀਂ ਕਿਸੇ ਨੇ ਮੂੰਹ ਲਾਈ ਤੇ ਨਾ ਇਹਨੂੰ ਅਜੇ ਖਰਚਣਾ ਹੈ। ਜੋ ਹੋਵਤ ਸੋ ਅੰਤਰ ਧਰਿਓ। ਜਿੰਨੀ ਬਣ ਰਹੀ ਹੈ ਨਾ ਸਾਰੀ ਸੁੱਚੀ ਮਠਿਆਈ ਕੋਠੇ ਦੇ ਵਿੱਚ ਸਾਂਭ ਕੇ ਰੱਖ ਰਹੇ ਆ। ਪ੍ਰਥਮ ਬਰਾਤੀ ਅਚਵਨ ਕਰ ਹੈ। ਮਾਤਾ ਕਹਿੰਦੀ ਪਹਿਲਾਂ ਬਰਾਤੀ ਖਾਣਗੇ, ਮੇਰੀ ਧੀ ਦੇ, ਮੇਰੀ ਬੇਟੀ ਦੇ ਬਰਾਤੀ ਜਿਹੜੇ ਆਉਣਗੇ ਜਾਂਜੀ, ਪਹਿਲਾਂ ਉਹ ਇਹ ਮਠਿਆਈ ਛਕਣਗੇ। ਤਿੰਨ ਪਿੱਛੇ ਕੋ ਮੁਖ ਮਹਿ ਧਰ ਹੈ। ਫੇਰ ਕੋਈ ਇਹਨੂੰ ਮੂੰਹ ਲਾ ਸਕੇਗਾ। ਮੇਲ ਵਾਲੀਆਂ ਸੰਗਤਾਂ ਦੂਜੀਆਂ ਬਾਅਦ ਚ ਖਾਣਗੀਆਂ, ਪਹਿਲਾਂ ਬਰਾਤੀ ਖਾਣਗੇ। ਪ੍ਰਥਮ ਨ ਉਚਿਤ ਕਿਸੀ ਕੋ ਦੇਬੈ। ਪਹਿਲਾਂ ਕਿਸੇ ਨੂੰ ਮਠਿਆਈ ਦੇਣੀ ਉਚਿਤ ਨਹੀਂ ਹੈ, ਯੋਗ ਨਹੀਂ ਹੈ। ਬਿਗਰਤ ਰੀਤ ਜੇ ਕਿਮਲੇ ਖੈਬੇ। ਹਾਂ, ਜੇ ਇੱਦਾਂ ਬਰਾਤੀਆਂ ਤੋਂ ਪਹਿਲਾਂ ਮਠਿਆਈ ਖਾਈਏ ਤੇ ਰੀਤ ਬਦਲਦੀ ਹੈ, ਵਿਗੜਦੀ ਹੈ। ਕਿਉਂਕਿ ਸਮਾਜ ਦੀਆਂ ਨਾ ਕੁਝ ਚੀਜ਼ਾਂ ਬਣੀਆਂ ਹੋਈਆਂ, ਉਹ ਸਮਾਜ ਦੀਆਂ ਚੀਜ਼ਾਂ ਜਿਹੜੇ ਸਮਾਜਿਕ ਲੋਕ ਨੇ ਉਹਦੇ 'ਚ ਚੱਲਦੇ ਨੇ, ਉਹਨਾਂ ਨੂੰ ਚੱਲਣਾ ਵੀ ਪੈਂਦਾ। ਪਰ ਗੁਰੂ ਦੀ ਗੱਤ ਜਿਹੜੀ ਹੈ ਉੱਤੇ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਦੀ ਖੇਡ ਸਮਾਜ ਦੇ ਨਿਯਮਾਂ ਤੋਂ ਵੀ ਉੱਪਰ ਹੈ। ਮਾਤਾ ਜਿਹੜੇ ਨਜ਼ਰੀਏ ਤੋਂ ਸੋਚ ਰਹੀ ਹੈ ਉਹ ਇੱਕ ਪੱਖ ਤੋਂ ਠੀਕ ਹੈ ਵੀ ਪਹਿਲਾਂ ਬਰਾਤੀਆਂ ਦੀ ਸੇਵਾ ਹੋਵੇ, ਫਿਰ ਜਿਹੜੇ ਆਏ ਹੋਏ ਮੇਲ ਦੇ ਰਿਸ਼ਤੇਦਾਰ ਉਹਨਾਂ ਦੀ ਸੇਵਾ, ਇੱਦਾਂ ਇੱਕ ਨਿਯਮ ਬਣਿਆ ਹੋਇਆ ਸੀ। ਪਰ ਗੁਰੂ ਸਾਹਿਬ ਦੀ ਨਿਗਾਹ ਵਿੱਚ ਸਾਰਿਆਂ ਤੋਂ ਉੱਚੇ ਗੁਰਸਿੱਖ ਹਨ। ਗੁਰਸਿੱਖਾਂ ਦੇ ਬਰਾਬਰ ਕੁਛ ਨਹੀਂ। ਉਹ ਮਾਤਾ ਨੇ ਵਿਚਾਰਿਆ ਨਹੀਂ। ਕਹਿਣ ਲੱਗੀ ਪਹਿਲਾਂ ਤਾਂ ਬਰਾਤੀ ਖਾਣਗੇ
ਤੇ ਫਿਰ ਕਿਸੇ ਨੂੰ ਹੋਰ ਇਹ ਮਠਿਆਈ ਮੂੰਹ ਲਾਣ ਨੂੰ ਦਿਆਂਗੀ। ਕਿਮ ਸਿੱਖਨ ਹਿਤ ਪੂਰਬ ਦਾਹੈ। ਇਹ ਪਹਿਲਾਂ ਸਿੱਖਾਂ ਨੂੰ ਕਿਵੇਂ ਦੇ ਦਈਏ? ਇਹ ਤੇ ਸਗਨਾਂ ਦੀ ਮਠਿਆਈ ਹੈ। ਜਬ ਲਉ ਨਹਿ ਬਰਾਤ ਕੁਛ ਖਾਹੈ। ਜਿੰਨਾ ਚਿਰ ਬਰਾਤ ਨਹੀਂ ਆ ਕੇ ਮੂੰਹ ਲਾਂਦੀ, ਸੁਨਤ ਸਿੱਖ ਸ਼ੂਸ਼ੇ ਹਟ ਆਏ। ਉਹ ਸਿੱਖ ਵਿਚਾਰੇ ਸੁਣ ਕੇ ਮਾਤਾ ਦਾ ਜਵਾਬ ਸਤਿਗੁਰੂ ਜੀ ਕੋਲ ਖਾਲੀ ਹੱਥ ਮੁੜ ਆਏ। ਕਹੈ ਨਾ ਅਬ ਲਉ ਸ਼ਗਨ ਮਨਾਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਵੱਡੇ ਮਾਤਾ ਜੀ ਕਹਿ ਰਹੇ ਨੇ ਕਿ ਇਹ ਮਠਿਆਈ ਸਗਨਾਂ ਦੀ ਹੈ, ਇਹਨਾਂ ਨੂੰ ਜਿੰਨਾ ਚਿਰ ਬਰਾਤੀ ਨਹੀਂ ਖਾਣਗੇ ਦੂਜਾ ਕੋਈ ਮੂੰਹ ਨਹੀਂ ਲਾ ਸਕਦਾ। ਜਬ ਹੈ ਬਰਾਤੀ ਅਚਵਨ ਕਰੈ। ਜਦੋਂ ਬਰਾਤੀ ਛਕ ਲੈਣਗੇ ਇਸ ਮਠਿਆਈ ਨੂੰ, ਪੀਛੇ ਅਪਰ ਕੋਏ ਮੁਖ ਧਰੈ। ਫਿਰ ਕੋਈ ਦੂਸਰਾ ਮੂੰਹ ਚ ਪਾ ਸਕਦਾ ਇਸ ਮਠਿਆਈ ਨੂੰ। ਬਿਗਰਹਿ ਰੀਤ ਅਹੈ ਜਗ ਜੋਏ। ਜੇ ਪਹਿਲਾਂ ਮਠਿਆਈ ਕਿਸੇ ਸਿੱਖ ਨੂੰ ਖਵਾਉਣ ਨੂੰ ਦੇ ਦਿੱਤੀ ਤੇ ਜਗ ਦੀ ਰੀਤ ਬਦਲ ਜਾਏਗੀ। ਸਾਧ ਸੰਗਤ ਜੀ, ਇੱਕ ਲੌਕਿਕ ਰੀਤ ਹੈ, ਇੱਕ ਵੈਦਿਕ ਰੀਤ ਹੈ, ਇੱਕ ਗੁਰੂ ਦੀ ਰੀਤ ਹੈ। ਗੁਰੂ ਦੀ ਰੀਤ ਲੌਕਿਕ ਵੈਦਿਕ ਤੋਂ ਉੱਪਰ ਹੈ। ਸੰਸਾਰ ਦੀ ਰੀਤਾਂ ਆਪਣੀ ਥਾਂ ਤੇ ਹਨ। ਜਗ ਦੀ ਰੀਤ ਜਿਹਨੂੰ ਕਹਿੰਦੇ ਆ ਉਹ ਠੀਕ ਹੈ, ਜਗਤ ਚੱਲਦਾ ਆਪਣੀ ਰੀਤੀ ਰਿਵਾਜ ਨਾਲ, ਪਰ ਜਿਹੜੀ ਗੱਲ ਗੁਰੂ ਦੀ ਹੈ ਉਹ ਲੋਕਾਂ ਨਾਲੋਂ, ਵੇਦਾਂ ਨਾਲੋਂ ਉੱਚੀ ਹੈ। ਮਾਤਾ ਆਪਣੀ ਥਾਂ ਤੇ ਕਹਿ ਰਹੀ ਹੈ ਵੀ ਪਹਿਲਾਂ ਜਗਤ ਦੀ ਰੀਤ ਹੈ ਵੀ ਮਠਿਆਈ ਬਰਾਤੀ ਖਾਂਦੇ ਨੇ, ਫਿਰ ਕੋਈ ਹੋਰ ਛਕ ਸਕਦਾ ਹੈ। ਜੇ ਅਬ ਅਚਹਿ ਸਿੱਖ ਗਨ ਸੋਏ। ਮਾਤਾ ਕਹਿੰਦੀ ਹੈ ਵੀ ਜੇ ਹੁਣ ਸਿੱਖ ਖਾ ਲੈਣਗੇ, ਸਿੱਖ ਸੰਗਤ ਚਹੁ ਦਿਸ਼ ਪਰਵਾਰੇ। ਸਿੱਖ ਸੰਗਤਾਂ ਸਾਰੀਆਂ ਜਿੰਨੇ ਗੁਰੂ ਕੇ ਪਰਿਵਾਰ ਹਨ, ਸੁਨਤ ਗੁਰੂ ਰਿਸ ਕੋ ਉਰ ਧਾਰੇ। ਇਹ ਪਹਿਲਾਂ ਕਿਵੇਂ ਖਾਣਗੇ? ਬਰਾਤੀਆਂ ਤੋਂ ਨਹੀਂ ਖਾ ਸਕਦੇ। ਮਾਤਾ ਨੇ ਜਵਾਬ ਦੇ ਦਿੱਤਾ। ਇਹ ਸੁਣ ਕੇ ਗੁਰੂ ਸਾਹਿਬ ਨੂੰ ਨਾਰਾਜ਼ਗੀ ਹੋਈ। ਆਇਸ ਮੇਟਨ ਕਰਹਿ ਹਮਾਰੀ। ਮਹਾਰਾਜ ਕਹਿੰਦੇ, ਦਮੋਦਰੀ ਸਾਡਾ ਹੁਕਮ ਨਹੀਂ ਮੰਨਦੀ, ਸਾਡੀ ਆਗਿਆ ਨਹੀਂ ਮੰਨੀ ਉਸਨੇ। ਚਹਤ ਬਰਾਤ ਅਚਾਓ ਆਹਾਰੀ। ਉਹ ਬਰਾਤ ਨੂੰ ਪਹਿਲਾਂ ਸਮਝਦੀ ਹੈ ਗੁਰੂ ਕੀ ਸੰਗਤ ਨਾਲੋਂ। ਗੁਰੂ ਨਾਨਕ ਦੇ ਘਰ ਵਿੱਚ ਤਾਂ ਸਭ ਤੋਂ ਵੱਡਾ ਰੁਤਬਾ ਸੰਗਤ ਦਾ ਹੈ। ਆਖੋ ਸਤਿਨਾਮ ਸ੍ਰੀ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ। ਇਹ ਗੁਰੂ ਨਾਨਕ ਦਾ ਰੂਪ ਹੈ। ਜਿਹੜੇ ਸਿੱਖ ਬੈਠੇ ਨੇ ਤੇ ਇਹਨਾਂ ਨੂੰ ਛੋਟਾ ਸਮਝਣਾ ਤੇ ਬਰਾਤ ਨੂੰ ਵੱਡਾ ਸਮਝਣਾ, ਇਹ ਦਮੋਦਰੀ ਨੇ ਚੰਗਾ ਨਹੀਂ ਕੀਤਾ। ਸਿੱਖ ਸਦਾ ਮੋਹ ਕਹੋ ਅਤ ਪਿਆਰੇ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਸਿੱਖ ਮੈਨੂੰ ਜਾਨ ਤੋਂ ਵੀ ਪਿਆਰੇ, ਸਿੱਖ ਮੈਨੂੰ ਬਹੁਤ ਪਿਆਰੇ ਲੱਗਦੇ। ਸਿੱਖਾਂ ਦੇ ਬਰਾਬਰ ਕੁਛ ਨਹੀਂ ਹੈ। ਨਿਸ ਦਿਨ ਜਿਨ ਕੋ ਹਿਰਦੇ ਸੰਭਾਰੇ। ਵਾਹ ਵਾਹ, ਜਿਨ੍ਹਾਂ ਸਿੱਖਾਂ ਨੂੰ ਮੈਂ ਦਿਨ ਰਾਤੀ ਯਾਦ ਕਰਦਾ। ਸਾਧ ਸੰਗਤ ਜੀ, ਆਪਾਂ ਤਾਂ ਸਵੇਰੇ ਉੱਠ ਕੇ ਇੱਕ ਵਾਰੀ ਗੁਰੂ ਨੂੰ ਯਾਦ ਕਰਦੇ ਆ ਨਾ, ਤੇ ਗੁਰੂ ਸਾਨੂੰ ਸਾਰਾ ਦਿਨ ਯਾਦ ਕਰਦਾ। ਹਰ ਵੇਲੇ ਜਿੱਥੇ ਆਪਾਂ ਤੁਰੇ ਫਿਰਦੇ ਹਾਂ ਸਾਡੇ ਨਾਲ ਹੁੰਦਾ ਗੁਰੂ, ਸਾਡੀ ਰੱਖਿਆ ਕਰਨ ਲਈ। ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਵਾਰੀ ਵਾਹਿਗੁਰੂ ਆਖੀਦਾ। ਸਾਰਾ ਦਿਨ ਆਪਾਂ ਨਹੀਂ ਬਾਣੀ ਪੜ੍ਹਦੇ, ਸਾਰਾ ਦਿਨ ਆਪਾਂ ਨਾਮ ਨਹੀਂ ਜਪਦੇ, ਗੁਰੂ ਨੂੰ ਯਾਦ ਨਹੀਂ ਕਰਦੇ। ਗੁਰੂ ਨੂੰ ਇੱਕ ਵਾਰੀ ਯਾਦ ਕੀਤਾ। ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤੈ। ਤੇ ਗੁਰੂ ਬਾਰ-ਬਾਰ ਯਾਦ ਰੱਖ। ਮਹਾਰਾਜ ਕਹਿੰਦੇ, ਸਿੱਖ ਮੈਨੂੰ ਜਾਨ ਤੋਂ ਵੀ ਪਿਆਰੇ ਨੇ। ਮੈਂ ਆਪਣੇ ਸਿੱਖਾਂ ਨੂੰ ਹਰ ਵੇਲੇ ਯਾਦ ਕਰਦਾ ਹਾਂ। ਹਉ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਮੇਰੇ ਦਾਸ, ਮੇਰੇ ਸਿੱਖ ਮੇਰੀ ਜ਼ਿੰਦਗੀ ਹਨ, ਮੇਰੀ ਜਾਨ ਹਨ। ਹਾਂਜੀ। ਜਿਮ ਉਪਬਨ ਮਹਿ ਤਰਵਰ ਖਰੇ। ਮਹਾਰਾਜ ਕਹਿੰਦੇ, ਜਿਵੇਂ ਜੰਗਲ 'ਚ ਦਰਖਤ ਖੜੇ ਹੁੰਦੇ ਨੇ, ਬਾਗ ਵਿੱਚ ਬੂਟੇ ਖੜੇ ਹੁੰਦੇ ਨੇ, ਸਭਨ ਸੰਭਾਲਨ ਮਾਲੀ ਕਰੇ। ਬਾਗ ਦੇ ਉਹਨਾਂ ਬੂਟਿਆਂ ਦੀ ਸੰਭਾਲ ਮਾਲੀ ਕਰ, ਸਾਰਿਆਂ ਦੀ ਕਰਦਾ। ਉਹਨੂੰ ਖਿਆਲ ਹੁੰਦਾ ਫਲਾਣੇ ਬੂਟੇ ਨੂੰ ਪਾਣੀ ਦੇਣਾ, ਫਲਾਣੇ ਬੂਟੇ ਦੀ ਗੋਡੀ ਕਰਨੀ ਹੈ, ਫਲਾਣੇ ਬੂਟੇ ਦੇ ਛਾਂਗ ਛੰਗਾਈ ਕਰਨੀ ਹੈ, ਉਸ ਨੂੰ ਦਵਾਈ ਬੂਟੀ ਦੇਣੀ ਹੈ, ਉਹਦੇ ਉਸ ਬੂਟੇ ਦੀ ਮੈਂ ਹਿਫਾਜ਼ਤ ਕਰਨੀ ਹੈ, ਵਾੜ ਕਰਨੀ ਹੈ। ਸਾਰਾ ਦਿਨ ਮਾਲੀ ਦਾ ਖਿਆਲ ਆਪਣੇ ਬਾਗ ਦੇ ਬੂਟਿਆਂ ਵੱਲ ਹੁੰਦਾ ਹੈ। ਹਾਂਜੀ। ਪਾਰਤ ਹੈ ਕਰ ਪ੍ਰੇਮ ਕਨੇਰਾ। ਤੇ ਉਹ ਆਪਣੇ ਬੂਟਿਆਂ ਨੂੰ ਪਾਲਦਾ ਹੈ ਮਾਲੀ। ਇਹ ਗੁਰੂ ਨਾਨਕ ਦਾ ਬਗੀਚਾ ਹੈ ਤੇ ਮੈਂ ਇਹਦਾ ਮਾਲੀ ਹਾਂ। ਇੱਕ ਬਗੀਚਾ ਪੇੜ ਘਨ ਕਰੀਆ, ਅੰਮ੍ਰਿਤ ਨਾਮ ਤਹਾਂ ਮੈਂ ਫਲੀਆ। ਆ ਜਿਹੜਾ ਸੰਗਤ ਰੂਪੀ ਬਗੀਚਾ ਹੈ ਨਾ,
ਇਹਦੇ 'ਚ ਇਹ ਸਾਰੇ ਬੂਟੇ ਆ, ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ। ਮਾਲੀ ਗੁਰੂ ਨਾਨਕ ਸਾਹਿਬ ਸਾਰਿਆਂ ਬੂਟਿਆਂ ਦੀ ਸੱਚੇ ਪਾਤਸ਼ਾਹ ਹਿਫਾਜ਼ਤ ਕਰਦੇ ਹਨ। ਹਾਂਜੀ, ਤਿਮ ਸੰਗਤ ਉਪਬਨ ਹੈ ਮੇਰਾ। ਮਹਾਰਾਜ ਕਹਿੰਦੇ ਆ ਸੰਗਤ ਮੇਰਾ ਬਗੀਚਾ ਹੈ, ਸੰਗਤ ਮੇਰਾ ਬਾਗ ਹੈ। ਜਿਹਠਾਂ ਹੋਇਓ ਅਮੰਗਲ ਚਾਹਤ। ਜਿੱਥੇ ਸੰਗਤ ਦੇ ਵਿੱਚ ਕੋਈ ਵਿਘਨ ਪੈਣ ਵਾਲਾ ਹੋਵੇ, ਕੋਈ ਕਸ਼ਟ ਆਉਣ ਵਾਲਾ ਹੋਵੇ, ਕੋਈ ਸੰਗਤ ਉੱਤੇ ਕੋਈ ਦੁੱਖ ਆਉਣ ਵਾਲਾ ਹੋਵੇ, ਪੁਰਨ ਕਾਜ ਮਹਿ ਬਿਗਨ ਉਮਾਹਤ। ਕੋਈ ਕੰਮ 'ਚ ਵਿਘਨ ਪੈਣਾ ਹੋਵੇ, ਕਰਤ ਅਨਾਦਰ ਤਹ ਸਿੱਖ ਕੇਰਾ। ਉੱਥੇ ਮੇਰੇ ਸਿੱਖਾਂ ਦਾ ਅਨਾਦਰ ਹੋ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਗੁਰੂ ਕੇ ਸਿੱਖਾਂ ਦਾ ਸਤਿਕਾਰ ਨਾ ਹੋਵੇ, ਉੱਥੇ ਸਾਧ ਸੰਗਤ 'ਚ ਵਿਘਨ ਪੈ ਹੀ ਜਾਣਾ ਕੋਈ। ਜਿੱਥੇ ਕਿਸੇ ਗੁਰਸਿੱਖ ਦਾ, ਕਿਸੇ ਸਾਧੂ ਦਾ, ਗੁਰੂ ਦੇ ਪਿਆਰੇ ਦਾ ਅਨਾਦਰ ਹੋ ਗਿਆ, ਉਹਦੀ ਇੱਜ਼ਤ ਨਹੀਂ ਕੀਤੀ, ਉਹਦੀ ਬੇਇੱਜ਼ਤੀ ਕਰਤੀ ਹੈ, ਉੱਥੇ ਕੋਈ ਕੰਮ ਸ਼ੁਰੂ ਹੋਇਆ ਉਹਦੇ 'ਚ ਵਿਘਨ ਪਏਗਾ, ਕੋਈ ਝਗੜਾ ਹੋ ਜਾਏਗਾ, ਕੋਈ ਕਲਾ ਕਲੇਸ਼ ਹੋ ਜਾਏਗਾ। ਮਹਾਰਾਜ ਕਹਿੰਦੇ ਇਹ ਗੱਲ ਦਾ ਖਿਆਲ ਰੱਖਣਾ, ਜੇ ਤੁਸੀਂ ਆਪਣੇ ਕੰਮ ਠੀਕ ਰੱਖਣੇ ਚਾਹੁੰਦੇ ਹੋ, ਮੇਰੇ ਸਿੱਖਾਂ ਦਾ ਸਤਿਕਾਰ ਪੂਰਾ ਰੱਖਿਆ ਜੇ, ਮੇਰੀ ਸੰਗਤ ਦਾ ਨਿਰਾਦਰ ਨਾ ਕਰਿਆ ਜੇ। ਹਾਂਜੀ, ਤਿਹ ਕੇ ਸੰਗ ਹੋਤ ਹੈ ਮੇਰਾ। ਕਿਉਂਕਿ ਜਦੋਂ ਮੇਰੇ ਸਿੱਖ ਦਾ ਅਨਾਦਰ ਹੁੰਦਾ, ਉਹਦੇ ਨਾਲ ਮੇਰਾ ਹੋ ਜਾਂਦਾ। ਜਦੋਂ ਮੇਰੇ ਸਿੱਖ ਦੀ ਬੇਇੱਜ਼ਤੀ ਹੁੰਦੀ ਆ, ਮੇਰੀ ਹੋ ਜਾਂਦੀ ਹੈ। ਹਾਂਜੀ, ਕਯੋਂ ਸੁਖ ਪ੍ਰਾਪਤ ਹੋਵੈ ਤਿਨ ਕੋ। ਉਹਨਾਂ ਬੰਦਿਆਂ ਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਹੈ? ਗਿਰਿਓ ਹਿਰਦੈ ਤੇ ਨਿਸ਼ਚਾ ਜਿਨ ਕੋ। ਜਿਹਦੇ ਮਨ 'ਚ ਗੁਰੂ ਦੀ ਸੰਗਤ ਦੇ ਨਿਸ਼ਚਾ ਹੀ ਨਹੀਂ ਰਿਹਾ, ਜਿਨ੍ਹਾਂ ਦੇ ਮਨ 'ਚ ਗੁਰੂ ਤੇ ਵਿਸ਼ਵਾਸ ਹੀ ਨਹੀਂ ਰਿਹਾ, ਉਹਨਾਂ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ। ਹਾਂਜੀ, ਪ੍ਰੇ ਮੇਰੇ ਸਿੱਖ ਜਹ ਚੱਲ ਜਾਵੈ। ਮਹਾਰਾਜ ਕਹਿੰਦੇ ਸਿੱਖ ਮੇਰੇ ਪਿਆਰੇ, ਮੇਰੀ ਜਾਨ ਹਨ, ਤੇ ਜਿੱਥੇ ਵੀ ਜਾਣਗੇ ਭੋਜਨ ਆਦਿਕ ਆਦਰ ਪਾਵੈ। ਇਹਨਾਂ ਨੂੰ ਹਰ ਥਾਂ ਤੇ ਸਤਿਕਾਰ ਮਿਲੇਗਾ। ਸਭ ਤੋਂ ਵੱਡਾ ਸਤਿਕਾਰ ਹੁੰਦਾ ਪ੍ਰਸ਼ਾਦਾ ਛਕਾਉਣਾ, ਜਲ ਛਕ। ਪਹਿਲਾਂ ਸਾਡੇ ਘਰ ਕੋਈ ਆਵੇ, ਪਹਿਲੀ ਗੱਲ ਹੈ ਪਾਣੀ ਪੁੱਛੋ, ਛਕਾਓ। ਪੁੱਛਣਾ ਹੀ ਨਹੀਂ, ਪਾਣੀ ਦਾ ਗਲਾਸ ਭੇਟਾ ਕਰੋ, ਛਕਾਓ। ਉਸ ਤੋਂ ਬਾਅਦ ਪ੍ਰਸ਼ਾਦਾ ਛਕਾਓ। ਮਹਾਰਾਜ ਕਹਿੰਦੇ ਪਹਿਲਾ ਇਹ ਸਤਿਕਾਰ ਹੈ ਸਿੱਖ ਦਾ। ਹਾਂਜੀ, ਤਹਾਂ ਬਿਗਨ ਗਨ ਹੋਤ ਬਿਨਾਸ਼ਾ। ਤੇ ਜਿੱਥੇ ਮੇਰੇ ਸਿੱਖ ਦਾ ਇਦਾਂ ਸਤਿਕਾਰ ਹੋਵੇ, ਪਾਣੀ ਪ੍ਰਸ਼ਾਦਾ ਸਿੱਖ ਨੂੰ ਛਕਾਓ, ਉੱਥੇ ਕੋਈ ਵਿਘਨ ਨਹੀਂ ਵੜ ਸਕਦਾ, ਉੱਥੇ ਕੋਈ ਰੁਕਾਵਟ ਨਹੀਂ ਪੈਂਦੀ। ਕੋਈ ਵੀ ਕੰਮ ਹੋਵੇ ਉਹ ਪੂਰਾ ਹੋਏਗਾ ਜਿੱਥੇ ਸਿੱਖ ਦਾ ਸਤਿਕਾਰ ਹੋਵੇਗਾ। ਹਾਂਜੀ, ਪੂਰਨ ਕਰਹਿ ਤਿਨਹੂ ਕੀ ਆਸਾ। ਉੱਥੇ ਗੁਰੂ ਨਾਨਕ ਸਾਰੀਆਂ ਆਸਾਂ ਪੂਰਨ ਕਰੇਗਾ। ਜਿੱਥੇ ਜਿਹੜੇ ਘਰ 'ਚ ਸਿੱਖ ਨੂੰ ਆਏਗੇ ਨੂੰ ਪਾਣੀ ਤੇ ਪ੍ਰਸ਼ਾਦਾ ਮਿਲਦਾ ਨਾ, ਤੇ ਬੈਠਣ ਨੂੰ ਮੰਜਾ ਮਿਲਦਾ, ਉਹ ਜੀ ਆਇਆਂ ਨੂੰ ਕਹਿੰਦੇ ਆ, ਉੱਥੇ ਸਤਿਕਾਰ ਨੂੰ ਕਰਨ ਵਾਲਿਆਂ ਦੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ। ਜੇ ਕਰ ਗੁਰ ਘਰ ਕੋ ਪਕਵਾਨ। ਮਹਾਰਾਜ ਕਹਿੰਦੇ ਜੇ ਗੁਰੂ ਘਰ ਦੇ ਪਕਵਾਨ ਨਹੀਂ ਉਚਿਤ ਸਿੱਖਨ ਕੇ ਖਾਨ। ਸਿੱਖਾਂ ਦੇ ਖਾਣ ਵਾਸਤੇ ਨਹੀਂ, ਤਾਂ ਮਲੇਸ਼ ਕੇ ਜੋਗ ਪਛਾਨੋ। ਤੇ ਫਿਰ ਸਮਝੋ ਇਹਨਾਂ ਨੂੰ ਮਲੇਸ਼ ਹੀ ਖਾਣਗੇ। ਆਖੋ ਸ੍ਰੀ ਵਾਹਿਗੁਰੂ। ਤੀਰ ਚੱਲ ਗਿਆ, ਬਚਨ ਕਿੱਡਾ ਕਰੜਾ ਹੋ ਗਿਆ। ਕਹਿੰਦੇ ਜਿਹੜੀ ਮਠਿਆਈ ਮੇਰੇ ਸਿੱਖਾਂ ਨੂੰ ਨਹੀਂ ਨਾ ਦਿੱਤੀ, ਇਹ ਫਿਰ ਤੁਰਕਾਂ ਨੇ ਖਾਣੀ ਹੈ। ਬਲ ਤੇ ਕਰਹਿ ਆਨ ਕਰ ਖਾਨੋ। ਉਹ ਤੁਰਕ ਆ ਕੇ ਜ਼ਬਰਦਸਤੀ ਖਾ ਲੈਣਗੇ। ਹੋਏ ਅਮੰਗਲ ਬਿਗਨ ਪਰੇ ਹੈ। ਹਾਂ, ਬੜੇ ਵਿਘਨ ਪੈਣਗੇ, ਇਹ ਕਾਰਜ ਠੀਕ ਨਹੀਂ ਚੱਲ ਹੋਵੇਗਾ। ਨੀਕੋ ਕਾਜ ਨਾ ਪੂਰਨ ਹੋਵੈ ਹੈ। ਕੰਮ ਚੰਗੀ ਤਰ੍ਹਾਂ ਪੂਰਨ ਨਹੀਂ ਹੋਵੇਗਾ, ਵਿਘਨ ਪੈਣਾ ਇਸ ਕੰਮ ਦੇ ਵਿੱਚ। ਹੁਣ ਜਿੱਥੇ ਮੇਰੇ ਸਿੱਖਾਂ ਦਾ ਨਿਰਾਦਰ ਕੀਤਾ ਗਿਆ, ਸੁਨ ਗੁਰ ਸਰਾਪ ਦਿਓ ਕਰ ਆਪੇ। ਆਪਣੇ ਘਰ ਨੂੰ ਆਪ ਹੀ ਇਹ ਬਚਨ ਛੱਡ ਦਿੱਤਾ ਮਹਾਰਾਜ ਜੀ ਨੇ। ਸਰਬ ਸਿੱਖ ਤਬ ਥਰ ਹਰ ਕਾਂਪੇ। ਜਿੰਨੀ ਸੰਗਤ ਉੱਥੇ ਖੜੀ ਸੀ ਨਾ, ਥਰ ਥਰ ਕੰਬਣ ਲੱਗ ਪਈ। ਇਹ ਕੀ ਬਚਨ ਕਰਤਾ ਸੱਚੇ ਪਾਤਸ਼ਾਹ ਜੀ ਨੇ, ਬਈ ਇਹ ਮਲੇਸ਼ ਖਾਣਗੇ ਮਠਿਆਈ, ਵਿਆਹ ਦੀ ਸੁੱਖਾਂ ਦੀ ਬਣੀ ਹੋਈ ਮਠਿਆਈ ਤੁਰਕ ਖਾਣਗੇ। ਜਿੰਨੀ ਵੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਰਹੀ ਸੀ ਨਾ, ਉਸ ਵੇਲੇ ਭੈ ਭੀਤ ਹੋ ਗਈ, ਕੰਬਣ ਲੱਗ ਪਏ ਸਿੱਖ। ਕ੍ਰੋਧਤ ਬਦਨ ਦੇਖ ਗੁਰ ਕੇਰਾ। ਮਹਾਰਾਜ ਦੇ ਚਿਹਰੇ ਤੇ ਗੁੱਸੇ ਦੀਆਂ ਨਿਸ਼ਾਨੀਆਂ ਵੇਖੀਆਂ ਹੈ। ਮਹਾਰਾਜ ਇੰਨੇ ਨਾਰਾਜ਼ ਹੋ ਗਏ ਨੇ, ਆਪਣੇ ਹੀ ਘਰ ਨੂੰ ਐਡਾ ਵੱਡਾ ਸਰਾਪ ਦੇ ਦਿੱਤਾ। ਇਹ ਆਪਣੇ ਵਿਆਹ ਦੇ ਵਿੱਚ, ਆਪਣੀ ਧੀ ਦੇ ਵਿਆਹ ਵਿੱਚ ਇੰਨਾ ਵਿਘਨ ਪਵੇਗਾ। ਸਿੱਖ ਸੰਗਤਾਂ ਜਿੰਨੀਆਂ ਵੀ ਸੁਣਨ ਵਾਲੀਆਂ ਸਨ, ਸਾਰੇ ਮਸੰਦ ਮੁਖੀ ਗੁਰੂ ਘਰ ਦੇ ਸੇਵਾਦਾਰ ਟਹਿਲੂਏ
ਚਿੰਤਤ ਹੋ ਗਏ। ਨਹਿ ਕੋ ਬੋਲ ਸਕਿਓ ਤਿਸ ਬੇਰਾ। ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ ਕੋਈ ਬੋਲ ਵੀ ਨਹੀਂ ਸਕੇ। ਜਿੱਥੇ ਸਨ ਉੱਥੇ ਹੀ ਚੁੱਪ ਕਰ ਗਏ ਵੀ ਗੁਰੂ ਸਾਹਿਬ ਜੀ ਮਹਾਰਾਜ ਨੇ ਕਿੱਡਾ ਕਰੜਾ ਬਚਨ ਕਰ ਦਿੱਤਾ ਹੈ। ਮੁਖ ਨੀਚੇ ਕਰ ਢਿਗ ਥਿਰ ਸਾਰੇ। ਸਾਰਿਆਂ ਦੇ ਸਿਰ ਨੀਵੇਂ ਕਰ ਲਏ, ਮੂੰਹ ਨੀਵੇਂ ਕਰਕੇ ਖੜੇ ਹਨ। ਬੜੋ ਬਿਗਨ ਭਾਰੇ ਦੇ ਵਿਚਾਰੇ। ਬਹੁਤ ਕੰਮ ਗਲਤ ਹੋ ਗਿਆ, ਬੜਾ ਵੱਡਾ ਵਿਘਨ ਪੈ ਗਿਆ। ਜਿਹੜਾ ਗੁਰੂ ਸਾਹਿਬ ਜੀ ਨੂੰ ਅਸੀਂ ਨਾਰਾਜ਼ ਕਰ ਬੈਠੇ, ਮਾਤਾ ਜੀ ਦੇ ਬਚਨ ਤੋਂ ਗੁਰੂ ਸਾਹਿਬ ਜੀ ਰੁੱਸ ਗਏ ਹਨ। ਤਿਹ ਛਿਨ ਇੱਕ ਆਇਓ ਹਲਵਾਈ। ਇਹਨੇ ਨੂੰ ਇੱਕ ਹਲਵਾਈ ਆਇਆ, ਲਿਆਏ ਰਜਤ ਪਣ ਪੰਚ ਮਿਠਾਈ। ਉਹ ਹਲਵਾਈ 5 ਰੁਪਏ ਦੀ ਮਠਿਆਈ ਲੈ ਆਇਆ, ਕਿਧਰੋਂ ਬਾਹਰੋਂ ਬਣੀ ਬਣਾਈ। ਹੋਰ ਕੋਈ ਹਲਵਾਈ ਆ ਗਿਆ, ਹਾਂਜੀ। ਹਾਥ ਜੋਰ ਸੋ ਭਇਓ ਖਰੋਵਾ। ਉਹ 5 ਰੁਪਏ ਦੀ ਮਠਿਆਈ ਵੀ ਉਦੋਂ ਕਾਫੀ ਹੁੰਦੀ ਸੀ। ਅੱਜ ਕੱਲ੍ਹ ਤਾਂ 5 ਰੁਪਏ ਦਾ ਕੁਛ ਨਹੀਂ ਆਉਂਦਾ। ਉਦੋਂ 5 ਰੁਪਏ ਦੀ ਮਠਿਆਈ ਚੰਗੀ ਖੁੱਲ੍ਹੀ ਹੁੰਦੀ ਸੀ। ਉਹ 5 ਰੁਪਏ ਦੀ ਮਠਿਆਈ ਮਹਾਰਾਜ ਦੇ ਵਾਸਤੇ ਬਣਾ ਕੇ ਲਿਆਇਆ ਹਲਵਾਈ, ਤੇ ਆ ਕੇ ਉਹਨੇ ਮੱਥਾ ਟੇਕਿਆ। ਸ਼੍ਰੀ ਗੁਰੂ ਜੀ ਮਮ ਕਾਰਜ ਹੋਵਾ। ਤੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਜੀ ਮੇਰਾ ਕੋਈ ਕਾਰਜ ਅੜਿਆ ਹੋਇਆ ਸੀ ਤੇ ਮੈਂ ਅਰਦਾਸ ਕੀਤੀ ਸੀ, ਸਤਿਗੁਰੂ ਨੇ ਕਿਰਪਾ ਕੀਤੀ, ਮੇਰਾ ਕਾਰਜ ਫਤਿਹ ਹੋ ਗਿਆ। ਹਾਂਜੀ। ਕਰੀ ਹੁਤੀ ਮੈਂ ਸੁਖ ਤੁਮਾਰੀ। ਮੈਂ ਇਹ ਅਰਦਾਸ ਕੀਤੀ ਸੀ ਵੀ ਜਦੋਂ ਮੇਰਾ ਕਾਰਜ ਹੋਵੇਗਾ ਤੇ ਮੈਂ ਗੁਰੂ ਪਾਤਸ਼ਾਹ ਜੀ ਦੇ, ਗੁਰੂ ਕੇ ਸਿੱਖਾਂ ਨੂੰ ਮਠਿਆਈਆਂ ਛਕਾਵਾਂਗਾ। ਹਾਂਜੀ। ਆਸ ਪੁਰੀ ਤੇ ਲਿਆਏ ਅਗਾਰੀ। ਮੇਰੀ ਆਸ ਪੂਰੀ ਹੋ ਗਈ ਤੇ ਮੈਂ ਮਠਿਆਈ ਲੈ ਆਇਆ ਹਾਂ। ਹਾਂਜੀ। ਬਿਕਸੇ ਕੁਛ ਸਤਿਗੁਰੂ ਬਖਾਨੇ। ਮਹਾਰਾਜ ਥੋੜੇ ਪ੍ਰਸੰਨ ਹੋ ਗਏ। ਉਹ ਖੇਡ ਹੀ ਹੁੰਦੀ ਹੈ, ਸਮਾਂ ਹੀ ਹੁੰਦਾ। ਖੁਸ਼ ਹੋ ਕੇ ਕਹਿਣ ਲੱਗੇ, ਦੇਹੋ ਸਿੱਖ ਸੰਗਤ ਕੋ ਇਹੋ ਖਾਨੇ। ਕਹਿੰਦੇ ਆ ਜਿਹੜੀ ਮਠਿਆਈ ਹੈ ਨਾ, ਸੰਗਤਾਂ ਨੂੰ ਛਕਣ ਨੂੰ ਦਿਓ, ਵਰਤਾ ਦਿਓ। ਬਾਕ ਮਾਨ ਸਿੱਖਨ ਸੋਲੀਨ। ਸਿੱਖਾਂ ਨੇ ਬਚਨ ਮੰਨ ਕੇ ਉਹ ਮਠਿਆਈ ਸਭ ਵਰਤਾਏ ਅਚਵਨੋ ਕੀਨ। ਸਾਰਿਆਂ 'ਚ ਵਰਤਾ ਦਿੱਤੀ ਤੇ ਸਾਰੇ ਛਕਣ ਲੱਗੇ। ਹੁਤੇ ਸ਼ੁਦਿਤ ਲੈ ਕੁਛ ਤ੍ਰਿਪਤਾਏ। ਕੁਝ ਸਵੇਰ ਦੇ ਥੱਕੇ ਹੋਏ ਸਨ, ਛਕ ਕੇ ਪ੍ਰਸੰਨ ਹੋਏ ਨੇ। ਥਿਰੇ ਸਰਬ ਹੀ ਨਿਜ ਨਿਜ ਥਾਏ। ਆਪਣੀ ਆਪਣੀ ਥਾਂ ਤੇ ਸਾਰੇ ਬੈਠ ਗਏ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਪਾਵਨ ਕਥਾ ਲੜੀਵਾਰ ਆਪ ਜੀ ਅੱਗੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।